ਆਤਮ ਪ੍ਰਕਾਸ਼ ਕੌਂਸਲ ਵੱਲੋਂ ਜੋ ਇਹ ਮੁਹਿੰਮ ਚਲਾਈ ਗਈ ਹੈ ਕਿ ਸੱਚਿਆਰ ਮਨੁੱਖ ਦੀ ਘਾੜਤ ਦੇ ਵਿੱਚ ਵਿਦਿਅਕ ਸੰਸਥਾਵਾਂ ਦਾ ਯੋਗਦਾਨ, ਉਹਦੇ ਵਿੱਚ ਅੱਜ ਹਿੱਸਾ ਲੈਣ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦੇ ਅਧਿਆਪਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂ ਕਰੀਏ ਕਿ ਸੱਚਿਆਰ ਮਨੁੱਖ ਦੀ ਜਿਹੜੀ ਘਾੜਤ ਹੈ ਉਹਦੇ 'ਚ ਕੀ ਯੋਗਦਾਨ ਹੈ ਅਧਿਆਪਕਾਂ ਦਾ, ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੱਚਿਆਰ ਮਨੁੱਖ ਦਾ ਮਤਲਬ ਕੀ ਹੈਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਨੂੰ ਰੱਬ ਦੀ ਪਰਿਭਾਸ਼ਾ ਦੱਸੀ ਹੈ। ਉਹਦੇ ਵਿੱਚ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਤੋਂ ਭਾਵ ਹੈ ਕਿ ਵਾਹਿਗੁਰੂ ਇੱਕ ਹੈ ਔਰ ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਭਾਵ ਕਿ ਨਿਰਗੁਣ ਅਤੇ ਸਰਗੁਣ ਸਰੂਪ ਦੋਨੋਂ ਹੀ ਅਕਾਲ ਪੁਰਖ ਦਾ ਰੂਪ ਹਨ। ਨਿਰਗੁਣ ਸਰੂਪ ਅਸੀਂ ਸਿਰਫ ਭਾਵਨਾ ਦੇ ਨਾਲ ਸਮਝ ਸਕਦੇ ਹਾਂ ਅਤੇ ਸਰਗੁਣ ਸਰੂਪ ਇਹ ਹੈ ਕਿ ਜੋ ਸੰਸਾਰ ਸਾਨੂੰ ਦਿਸਦਾ ਹੈ, ਜੋ ਦਿਸੇ ਸੋ ਤੇਰਾ ਰੂਪ, ਉਹਦੇ ਵਿੱਚ ਰਚਨਹਾਰ ਜਿਹੜਾ ਹੈ ਰੱਬ ਹੈ, ਅਕਾਲ ਪੁਰਖ ਹੈ, ਉਹ ਆਪ ਸਮਾਇਆ ਹੋਇਆ ਹੈ। ਉਹਦੇ ਇਹ ਗੁਣ ਹਨ, ਉਹ ਨਿਰਭਉ ਹੈ, ਨਿਰਵੈਰ ਹੈ, ਕਾਲ ਰਹਿਤ ਹੈ, ਜੂਨੀ ਰਹਿਤ ਹੈ। ਇਹ ਸਾਰੇ ਜਿਹੜੇ ਨੇ ਅਕਾਲ ਪੁਰਖ ਦੇ ਗੁਣ ਨੇ। ਔਰ ਸਭ ਤੋਂ ਪਹਿਲਾਂ ਸੱਚ ਦੀ ਗੱਲ ਹੈ ਕਿ ਅਕਾਲ ਪੁਰਖ ਸੱਚ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਹਮੇਸ਼ਾ ਹੀ ਰਹੇਗਾ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਅਰਬਦ ਨਰਬਦ ਧੰਦੂ ਘਾਰਾ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ। ਜਦੋਂ ਇਹ ਧਰਤੀ ਵਿੱਚ ਕੁਛ ਵੀ ਨਹੀਂ ਸੀ, ਚੰਦ ਸੂਰਜ ਧਰਤੀ ਕੁਛ ਵੀ ਨਹੀਂ ਸੀ, ਉਦੋਂ ਵੀ ਅਕਾਲ ਪੁਰਖ ਸੱਚ ਸੀ ਔਰ ਇਹਦੇ ਵਿੱਚ ਸਮਾਧੀ ਲਗਾ ਕੇ ਬੈਠਾ ਹੋਇਆ ਸੀਗਾ ਔਰ ਇਹਨੇ ਹਮੇਸ਼ਾ ਹੀ ਰਹਿਣਾ, ਦੁਨੀਆ ਭਾਵੇਂ ਖਤਮ ਹੋ ਜਾਵੇ। ਤਾਂ ਉਸ ਸੱਚ ਨਾਲ ਜਿਹੜਾ ਜੁੜਿਆ ਹੋਇਆ ਉਹਨੂੰ ਅਸੀਂ ਸੱਚਿਆਰ ਕਹਿੰਦੇ ਹਾਂ। ਜਿਹੜਾ ਸੱਚ ਨਾਲ ਜੁੜ ਜਾਂਦਾ ਉਹਦੇ ਵਿੱਚ ਉਹਦੇ ਗੁਣ ਆ ਜਾਂਦੇ ਨੇ ਜਿਹਦੇ ਨਾਲ ਜੁੜਿਆ ਹੁੰਦਾ। ਤਾਂ ਜੋ ਅਕਾਲ ਪੁਰਖ ਦੇ ਗੁਣ ਨੇ, ਨਿਰਭਉ ਨਿਰਵੈਰ, ਇਹ ਸਾਰੇ ਜਿਹੜੇ ਗੁਣ ਨੇ ਉਸ ਇਨਸਾਨ ਦੇ ਵਿੱਚ ਆ ਜਾਂਦੇ ਨੇ ਜਿਹੜਾ ਮਨ ਬਚ ਕਰਮ ਕਰਕੇ ਉਹਦੇ ਨਾਲ ਜੁੜਿਆ ਹੋਇਆ ਹੈ। ਮੇਰਾ ਅਕਾਲ ਪੁਰਖ ਜੋ ਹੈ ਉਹ ਦੈਵੀ ਸਰੂਪ ਹੈ, ਆਨੰਦ ਸਰੂਪ ਹੈ, ਉਹ ਖਿਮਾ ਦੇ ਕਰਤਾ ਹੈ, ਉਹ ਸਭ ਦਾ ਪਾਲਣਹਾਰ ਹੈ, ਉਹ ਬਖਸ਼ਿੰਦ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਤਾਂ ਇਸ ਕਰਕੇ ਜਿਹੜਾ ਵੀ ਮਨੁੱਖ ਉਹਨੂੰ ਪਿਆਰ ਕਰੇਗਾ, ਜਿਹੜਾ ਵੀ ਉਹਦੇ ਨਾਲ ਜੁੜ ਜਾਏਗਾ, ਉਹਦੇ ਵਿੱਚ ਇਹ ਸਾਰੇ ਗੁਣ ਆਪਣੇ ਆਪ ਹੀ ਆ ਜਾਂਦੇ ਨੇ। ਉਹਦੇ ਕੋਲ ਸੇਵਾ ਸੁੱਤੇ ਸਿੱਧੀ ਹੁੰਦੀ ਹੈ ਔਰ ਉਹਨੂੰ ਜਿਹੜੇ ਸਾਰੀ ਦੁਨੀਆ ਹੈ ਉਹਦੇ ਵਿੱਚ ਉਹਦਾ ਰੂਪ ਦਿਸਦਾ ਹੈ। ਜਿਵੇਂ ਗੁਰੂ ਅਰਜਨ ਦੇਵ ਫਰਮਾਉਂਦੇ ਹਨ, ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ, ਜਿਨ ਕੋ ਪੂਰਬ ਲਿਖਿਆ ਸੋਈ ਨਾਮ ਧਿਆਏ। ਅਨੇਕਾਂ ਹੀ ਸ਼ਬਦ ਹਨ ਕਿ ਜਿਹੜਾ ਅਕਾਲ ਪੁਰਖ ਹੈ ਉਹ ਸਾਰੀ ਰਚਨਾ ਦੇ ਵਿੱਚ ਕਿਵੇਂ ਹੈ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਈਰ ਭਰਪੂਰ ਲੈਣਾ, ਤੂੰ ਆਪੇ ਸਰਬ ਸਮਾਣਾ। ਗੁਰੂ ਗੋਬਿੰਦ ਸਿੰਘ ਜੀ ਵੀ ਫਰਮਾਉਂਦੇ ਆ, ਜਲੇ ਹੈ ਥਲੇ ਹੈ। ਤੋ ਸਾਰੇ ਬਨਸਪਤੀ ਵਿੱਚ ਸਭ ਥਾਂ 'ਤੇ ਉਹ ਜਿਹੜਾ ਅਕਾਲ ਪੁਰਖ ਹੈ ਉਹ ਸੱਚ ਹੈ, ਉਹ ਸੱਚ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਜਦੋਂ ਤੁਹਾਨੂੰ ਇਹ ਸਮਝ ਆ ਜਾਏ ਇਸ ਗੱਲ ਦੀ ਕਿ ਉਹ ਸੱਚ ਹੈ, ਸਭ ਵਿੱਚ ਸਮਾਇਆ ਹੋਇਆ ਹੈ, ਫਿਰ ਤੁਸੀਂ ਨਾ ਤਾਂ ਕਿਸੇ ਤੋਂ ਡਰਦੇ ਹੋ, ਨਾ ਕਿਸੇ ਨੂੰ ਡਰਾਉਂਦੇ ਹੋ, ਨਾ ਤੁਹਾਡਾ ਕਿਸੇ ਨਾਲ ਵੈਰ ਰਹਿ ਜਾਂਦਾ। ਫਿਰ ਤਾਂ ਤੁਹਾਨੂੰ ਸਾਰੇ ਹੀ ਆਪਣੇ ਲੱਗਦੇ ਆ, ਤੁਹਾਨੂੰ ਸਾਰਿਆਂ ਨਾਲ ਹੀ ਪਿਆਰ ਆਉਂਦਾ ਹੈ ਅਤੇ ਸਾਰਿਆਂ ਨੂੰ ਤੁਸੀਂ ਬਖਸ਼ਿੰਦ ਹੋ ਜਾਂਦੇ ਹੋ, ਆਨੰਦ ਸਰੂਪ ਹੋ ਜਾਂਦੇ ਹੋ, ਤੁਹਾਨੂੰ ਕੋਈ ਡਰ ਨਹੀਂ ਲੱਗਦਾ ਕਿਸੇ ਕੋਲੋਂ। ਤਾਂ ਇਸ ਦੁਨੀਆ ਦੇ ਵਿੱਚ ਤੁਸੀਂ ਨਿਰਭਉ ਹੋ ਕੇ ਵਿਚਰਦੇ ਹੋ, ਨਿਰਵੈਰ ਹੋ ਕੇ ਵਿਚਰਦੇ ਹੋ, ਤੁਹਾਡੇ 'ਚ ਉਹ ਗੁਣ ਆ ਜਾਂਦੇ ਨੇ। ਅਸੀਂ ਰਹਿਰਾਸ ਦੇ ਵਿੱਚ ਵੀ ਪਾਠ ਵਿੱਚ ਯਾਦ ਕਰਦੇ ਹਾਂ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਅਤੇ ਹਰ ਹਰ ਰੂਪ ਸਮਾਸੀ। ਉਹ ਹਰੀ ਦੇ ਵਿੱਚ ਹਰੀ ਦਾ ਰੂਪ ਹੀ ਹੋ ਜਾਂਦਾ ਹੈ। ਅਤੇ ਇਹ ਸੱਚਿਆਰ ਜਿਹੜਾ ਮਨੁੱਖ ਹੈ ਉਹ ਇਹੋ ਜਿਹਾ ਹੁੰਦਾ ਹੈ। ਇਸ ਕਰਕੇ ਜਿਹੜੇ ਸਾਰੇ ਅਧਿਆਪਕ ਹਨ ਉਹਨਾਂ ਨੂੰ ਆਪ ਸੱਚਿਆਰ ਬਣਨਾ ਪਏਗਾ, ਮਨ ਬਚ ਕਰਮ ਕਰਕੇ ਉਹਦੇ ਹੁਕਮ ਦੇ ਵਿੱਚ ਤੁਰਨਾ ਪਏਗਾ। ਉਹਦਾ ਹੁਕਮ ਕੀ ਹੈ, ਹੁਣ ਇਹਨੂੰ ਸਮਝਣ ਦੀ ਬੜੀ ਲੋੜ ਹੈ ਕਿ ਉਹਦਾ ਹੁਕਮ ਕੀ ਹੈ। ਅਕਾਲ ਪੁਰਖ ਦਾ ਉਹ ਸਾਨੂੰ ਕੀ ਹੁਕਮ ਦਿੰਦਾ ਹੈ ਔਰ ਕਿਵੇਂ ਸੁਣੀਦਾ ਹੈ। ਇੱਥੇ ਮੈਨੂੰ ਸਾਖੀ ਯਾਦ ਆਉਂਦੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੱਚਾ ਸੌਦਾ ਕਰਨ ਜਾਂਦੇ ਹੈ ਅਤੇ ਜਦੋਂ ਉਹ ਆਪਣਾ ਸਾਰਿਆਂ ਨੂੰ ਪਤਾ ਹੀ ਹੈ ਕਿ
20 ਰੁਪਏ ਦੇ ਵਿੱਚ ਜਿਹੜੇ ਸਾਧੂ ਨੇ ਉਹਨਾਂ ਨੂੰ ਰੋਟੀ ਖਵਾ ਦਿੰਦੇ ਆ, ਕੱਪੜੇ ਲੈ ਦਿੰਦੇ ਆ ਅਤੇ ਖਾਲੀ ਹੱਥ ਵਾਪਸ ਆਉਂਦੇ ਆ ਅਤੇ ਪਿਤਾ ਜੀ ਕੋਲੋਂ ਝਿੜਕਾਂ ਪੈਂਦੀਆਂ, ਚਪੇੜਾਂ ਪੈਂਦੀਆਂ। ਰਾਏ ਬੁਲਾਰ ਜੀ ਕੋਲ ਲੈ ਜਾਂਦੇ ਆ ਪਿਤਾ ਜੀ, ਕਹਿੰਦੇ ਆ ਵੀ ਇਹਨੇ ਬੜਾ ਨੁਕਸਾਨ ਕੀਤਾ ਹੈ, ਇਹ ਕਿੱਦਾਂ ਕੰਮ ਚਲਾਏਗਾ, ਇਹ ਦੁਨੀਆ 'ਚ ਕਿਵੇਂ ਕਾਮਯਾਬ ਹੋਏਗਾ। ਤਾਂ ਰਾਏ ਬੁਲਾਰ ਜੀ ਵੀ ਥੋੜ੍ਹੇ ਸ਼ਸ਼ੋ ਪੰਜ 'ਚ ਪੈ ਜਾਂਦੇ ਆ ਕਿ ਇਹਦਾ ਵਿਚਾਰੇ ਦਾ ਬਾਪ ਇੰਨਾ ਅਮੀਰ ਤਾਂ ਨਹੀਂ ਹੈਗਾ ਕਿ ਇਹਨਾਂ ਨੁਕਸਾਨ ਕਰਾਇਆ। ਅਤੇ ਫਿਰ ਉਹ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਹੈ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਹੈਗਾ, ਇਸ ਤਰ੍ਹਾਂ ਕਿਉਂ ਪੈਸੇ ਜਿਹੜੇ ਖਰਚ ਕਰਕੇ ਆਏ ਹੋ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਮੇਰੇ ਵੱਸ ਦੀ ਗੱਲ ਹੀ ਨਹੀਂ ਸੀ, ਮੈਨੂੰ ਤਾਂ ਹੁਕਮ ਹੋਇਆ ਸੀਗਾ ਅਕਾਲ ਪੁਰਖ ਦਾ। ਜੇ ਮੈਨੂੰ ਹੁਕਮ ਹੋਇਆ ਕਿ ਇਹ ਜਿਹੜਾ ਇਹਨਾਂ ਨੂੰ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਣਾ, ਕੱਪੜੇ ਦੇਣੇ, ਇਹੀ ਸੱਚਾ ਸੌਦਾ ਅਤੇ ਤੂੰ ਇਹੀ ਕਰਨਾ ਹੈ। ਅਤੇ ਮੈਂ ਉਹਦੇ ਹੁਕਮ ਦੇ ਮੁਤਾਬਕ ਹੀ ਚੱਲਿਆ ਹਾਂ। ਤਾਂ ਉਹ ਬੜੇ ਹੈਰਾਨ ਹੋਏ ਰਾਏ ਬੁਲਾਰ ਜੀ ਵੀ ਤੁਹਾਨੂੰ ਹੁਕਮ ਕਿਵੇਂ ਸੁਣਦਾ ਹੈ, ਸਾਨੂੰ ਤਾਂ ਹੁਕਮ ਨਹੀਂ ਸੁਣਦਾ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਤਾਰਿਆ, ਜੋਗੀ ਹੋਵੇ ਜੋਗ ਵੇ, ਭੋਗੀ ਹੋਵੇ ਖਾਏ, ਤਪੀਆ ਹੋਵੇ ਤਪ ਕਰੇ, ਤੀਰਥ ਮਲ ਮਲ ਨਾਏ, ਤੇਰਾ ਸਤੜਾ ਸੁਣੀਜੇ ਭਾਈ, ਜੇ ਕੋ ਬਹੇ ਲਾਏ। ਜਦੋਂ ਤੁਸੀਂ ਉਹਦੇ ਨਾਲ ਜੁੜ ਜਾਂਦੇ ਹੋ ਮਨ ਬਚ ਕਰਮ ਕਰਕੇ, ਜਦੋਂ ਤੁਸੀਂ ਉਹਦੇ ਤੋਂ ਦੂਰ ਨਹੀਂ ਰਹਿ ਸਕਦੇ ਤਾਂ ਫਿਰ ਤੁਹਾਨੂੰ ਉਹਦਾ ਹੁਕਮ ਸੁਣਨ ਲੱਗ ਜਾਂਦਾ, ਤੁਹਾਨੂੰ ਉਹ ਆਦੇਸ਼ ਦਿੰਦਾ ਹੈ, ਤੁਹਾਡੇ ਅੰਦਰ ਆਤਮਾ ਦੇ ਵਿੱਚ ਵਸਦਾ ਹੈ, ਕਿਉਂਕਿ ਉਹ ਦੂਰ ਤਾਂ ਹੈ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੁਸੀਂ ਉਹਦੀ ਅੰਸ਼ ਹੋ। ਕਬੀਰ ਜੀ ਕਹਿੰਦੇ ਕਹੋ ਕਬੀਰ ਹਮ ਰਾਮ ਕੀ ਅੰਸ਼, ਅਸੀਂ ਉਹਦੀ ਅੰਸ਼ ਹਾਂ। ਜਦੋਂ ਉਹਨੂੰ ਅਸੀਂ ਮਨ ਕਰਕੇ ਜੁੜ ਜਾਂਦੇ ਹਾਂ, ਜਦੋਂ ਅਸੀਂ ਕਿਸੇ ਵੇਲੇ ਵੀ ਉਹਨੂੰ ਨਹੀਂ ਭੁੱਲਦੇ ਤਾਂ ਫਿਰ ਉਹਦੇ ਜਿਹੜੇ ਸਾਰੇ ਉਹਦਾ ਜਿਹੜਾ ਹੁਕਮ ਹੈ, ਜਿਹੜਾ ਉਹਦਾ ਸੱਦਣਾ ਹੈ, ਜੋ ਚਾਹੁੰਦਾ ਕਿ ਅਸੀਂ ਕੀ ਕਰੀਏ, ਫਿਰ ਉਹ ਸਾਨੂੰ ਉਹਦਾ ਸੁਨੇਹਾ ਸੁਣਨ ਲੱਗ ਜਾਂਦਾ ਹੈ। ਫਿਰ ਅਸੀਂ ਕਿਸੇ ਦੁਖਿਆਰੇ ਦਾ ਦੁੱਖ ਨਹੀਂ ਦੇਖ ਸਕਦੇ, ਫਿਰ ਅਸੀਂ ਕਿਸੇ ਕੋਈ ਮਰੀਜ਼ ਕਰਾ ਰਿਹਾ ਹੈ ਉਹਨੂੰ ਨਹੀਂ ਭੁੱਲ ਸਕਦੇ, ਉਹਦੀ ਸੇਵਾ ਵਿੱਚ ਲੱਗ ਜਾਂਦੇ ਹਾਂ। ਇਸੇ ਤਰ੍ਹਾਂ ਹੀ ਭਾਈ ਕਨ੍ਹਈਆ ਜੀ ਲੱਗ ਗਏ, ਉਹਨਾਂ ਨੂੰ ਵੀ ਹੁਕਮ ਦੀ ਸਮਝ ਆ ਗਈ। ਜਿਹਨੂੰ ਵੀ ਹੁਕਮ ਦੀ ਸਮਝ ਆ ਜਾਂਦੀ ਹੈ ਉਹਨਾਂ ਨੂੰ ਫਿਰ ਕੋਈ ਨਾ ਕੋਈ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਉਹਨਾਂ ਨੂੰ ਨਾ ਕੋਈ ਵੈਰੀ ਦਿਸਿਆ ਨਾ ਕੋਈ ਆਪਣਾ ਦਿਸਿਆ, ਉਹਨਾਂ ਨੂੰ ਤਾਂ ਸਿਰਫ ਉਹਦਾ ਰੱਬ ਦਾ ਰੂਪ ਹੀ ਸਾਰਿਆਂ 'ਚ ਦਿਸਿਆ। ਤਾਂ ਜੰਗ ਦੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਪਾਣੀ ਪਿਲਾਉਣ ਲੱਗ ਗਏ, ਸ਼ਿਕਾਇਤ ਹੋ ਗਈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇਸੇ ਨੂੰ ਹੀ ਹੁਕਮ ਸੁਣਨਾ ਹੈ, ਕਿਉਂਕਿ ਇਹੀ ਜੁੜਿਆ ਅਕਾਲ ਪੁਰਖ ਦੇ ਨਾਲ, ਇਸ ਕਰਕੇ ਇਹਦੇ ਵਿੱਚ ਜਿਹੜਾ ਭੇਦਭਾਵ ਖਤਮ ਹੋ ਗਿਆ। ਅਤੇ ਭਾਈ ਕਨ੍ਹਈਆ ਜੀ ਨੂੰ ਕਹਿੰਦੇ ਵੀ ਤੁਸੀਂ ਮਲਮ ਵੀ ਲੈ ਜਾਓ ਅਤੇ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਨੂੰ ਪੱਟੀ ਵੀ ਕਰ ਦਿਓ। ਅਤੇ ਇਸ ਕਰਕੇ ਕਿਉਂਕਿ ਅਸੀਂ ਉਹਦੀ ਅੰਸ਼ ਹਾਂ, ਉਸ ਰੱਬ ਦੀ ਅੰਸ਼ ਹਾਂ, ਇਸ ਕਰਕੇ ਉਹ ਜਿਹੜਾ ਹੁਕਮ ਕਰਦਾ ਹੈ ਉਹ ਸਾਨੂੰ ਸੁਣਨ ਲੱਗ ਜਾਂਦਾ। ਫਿਰ ਅਸੀਂ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦੇ ਹਾਂ। ਸਾਡੇ ਕੋਲ ਉਦਾਹਰਨ ਹੈ ਭਗਤ ਪੂਰਨ ਸਿੰਘ ਜੀ ਦੀ। ਉਹਨਾਂ ਨੂੰ ਜਦੋਂ ਹੁਕਮ ਸੁਣਿਆ ਤਾਂ ਉਹ ਆਪਣਾ ਸਾਰਾ ਕੁਛ ਛੱਡ ਛਡਾ ਕੇ ਉਸ ਆਪਣੇ ਸੁੱਖ ਦੁੱਖ ਸਭ ਤਿਆਗ ਕੇ ਉਹ ਸੇਵਾ ਦੇ ਵਿੱਚ ਲੱਗ ਗਏ। ਔਰ ਉਹਨਾਂ ਨੇ ਕਈ ਥਾਂ ਲਿਖਿਆ, ਇੱਕ ਵਾਰੀ ਭਗਤ ਜੀ ਕਹਿੰਦੇ ਆ ਕਿ ਮੈਂ ਇੰਨਾ ਥੱਕ ਗਿਆ ਸੇਵਾ ਦੇ ਕੰਮਾਂ ਦੇ ਵਿੱਚ ਕਿ ਮੈਂ ਰੱਬ ਨੂੰ ਕਿਹਾ ਵੀ ਤੂੰ ਮੈਨੂੰ ਅੰਨਾ ਹੀ ਕਰ ਦੇ, ਨਾ ਮੈਨੂੰ ਕਿਸੇ ਦੇ ਦੁੱਖ ਦੇਖਣ ਅਤੇ ਨਾ ਮੈਂ ਇੰਨਾ ਥੱਕਾਂ। ਪਰ ਫਿਰ ਵੀ ਕਹਿੰਦੇ ਆ ਕਿ ਮੈਨੂੰ ਇਹਨਾਂ ਕੰਮਾਂ ਇੰਨੇ ਤਕਲੀਫਾਂ ਤੋਂ ਬਾਅਦ ਵੀ ਇਹ ਕੰਮ ਮੈਂ ਕਿਉਂ ਕਰ ਸਕਿਆ। ਉਹ ਕਹਿੰਦੇ ਆ ਕਿਉਂਕਿ ਮੈਨੂੰ ਇਹਦੇ ਵਿੱਚ ਆਨੰਦ ਆਉਂਦਾ ਸੀ। ਮੇਰਾ ਜਿਹੜਾ ਅਕਾਲ ਪੁਰਖ ਹੈ ਆਨੰਦ ਸਰੂਪ ਹੈ। ਜਦੋਂ ਤੁਸੀਂ ਉਹਦਾ ਹੁਕਮ ਮੰਨਦੇ ਹੋ, ਉਹਦੇ ਹੁਕਮ ਵਿੱਚ ਚੱਲ ਕੇ ਸੇਵਾ ਕਰਦੇ ਹੋ, ਫਿਰ ਤੁਸੀਂ ਆਨੰਦ ਮਾਣਦੇ ਹੋ। ਫਿਰ ਤੁਹਾਡੇ ਕਿਉਂਕਿ ਉਹ ਮੇਰੇ ਜਿਹਦੀ ਅਸੀਂ ਅੰਸ਼ ਹਾਂ, ਉਹਦੀ ਜਾਤ ਪਾਤ ਨਹੀਂ ਹੈ ਕੋਈ, ਫਿਰ ਸਾਡੀ ਵੀ ਜਾਤ ਪਾਤ ਨਹੀਂ ਕੋਈ ਰਹਿੰਦੀ, ਸਾਰੇ ਸਾਡੇ ਭੈਣ ਭਰਾ ਬਣ ਜਾਂਦੇ ਨੇ। ਤਾਂ ਇਸ ਕਰਕੇ ਜਿਹੜਾ ਹੁਕਮ ਸੁਣਨਾ ਹੈ ਉਹ ਵੀ ਉਹਨੂੰ ਹੀ ਸਮਝ ਆਉਂਦਾ ਹੈ ਜੋ ਸੱਚਿਆਰ ਮਨੁੱਖ ਹੋਵੇ। ਜਿਹੜਾ ਸੱਚਿਆਰ ਮਨੁੱਖ ਹੈ ਉਹ ਹੀ ਸੇਵਾ ਕਰ ਸਕਦਾ। ਜਿਹੜਾ ਸੱਚਿਆਰ ਮਨੁੱਖ ਹੈ ਉਹ ਕਿਸੇ ਨਾਲ ਜ਼ਿਆਦਤੀ ਹੁੰਦੀ ਨਹੀਂ ਵੇਖ ਸਕਦਾ, ਉਹਨੇ ਜ਼ੁਲਮ ਦੇ ਵਿਰੁੱਧ ਖੜ੍ਹੇ ਹੋਣਾ ਹੀ ਹੁੰਦਾ ਹੈ, ਕਿਉਂਕਿ ਉਹਦੇ ਪਾਤਸ਼ਾਹ ਦਾ ਹੁਕਮ ਹੈ। ਅਕਾਲ ਪੁਰਖ ਦੀ ਗੱਲ ਕਰ ਰਹੇ ਸੀ ਕਿ ਜਿਹਨੂੰ ਹੁਕਮ ਸੁਣ ਜਾਂਦਾ ਹੈ ਉਹ ਰਹਿ ਨਹੀਂ ਸਕਦਾ, ਉਹਨੇ ਦੁਖੀਆਂ ਦੀ ਸੇਵਾ ਵੀ ਕਰਨੀ ਹੈ, ਜ਼ੁਲਮ ਦੇ ਵਿਰੁੱਧ ਲੜਨਾ ਵੀ ਹੈ, ਭੁੱਖੇ ਨੂੰ ਰੋਟੀ ਵੀ ਦੇਣੀ ਹੈ। ਤਾਂ ਇਹ ਜਿਹੜੇ ਉਹਦੇ ਰੱਬ ਦੇ ਗੁਣ ਨੇ ਉਸ ਇਨਸਾਨ ਦੇ ਵਿੱਚ ਆ ਜਾਂਦੇ ਆ। ਔਰ ਕਿਉਂਕਿ ਅਸੀਂ ਉਹਦੀ ਅੰਸ਼ ਹਾਂ, ਅਸੀਂ ਜੇ ਉਹ ਤੋਂ ਵਿਛੜ ਜਾਂਦੇ ਹਾਂ, ਉਹ ਤੋਂ ਦੂਰ ਰਹਿਣ ਲੱਗ ਜਾਂਦੇ ਹਾਂ, ਫਿਰ ਸਾਡਾ ਜਿਹੜਾ ਮਨ ਹੈ ਉਹ ਪਵਿੱਤਰ ਨਹੀਂ ਰਹਿੰਦਾ, ਸਾਡੇ 'ਚ ਔਗਣ ਆ ਜਾਂਦੇ ਆ ਸਾਡੇ ਦੇ ਵਿੱਚ। ਅਸੀਂ ਫਿਰ ਕਿਸੇ ਦੇ ਦੁੱਖ ਨੂੰ ਕੁਝ ਨਹੀਂ ਸਮਝਦੇ, ਫਿਰ ਅਸੀਂ
ਤ੍ਰਿਸ਼ਨਾ ਦੇ ਵਿੱਚ ਫਸ ਜਾਂਦੇ ਹਾਂ। ਫਿਰ ਸਾਨੂੰ ਲਾਲਚ ਆ ਜਾਂਦਾ ਹੈ, ਫਿਰ ਕਾਮ ਕ੍ਰੋਧ ਲੋਭ ਹੰਕਾਰ ਸਾਡੇ 'ਤੇ ਹਾਵੀ ਹੋਣ ਲੱਗ ਜਾਂਦੇ ਨੇ। ਤੋ ਇਸ ਕਰਕੇ ਸੱਚਾ ਜਿਹੜਾ ਮਨੁੱਖ ਹੈ ਉਹਨੂੰ ਹਰ ਵੇਲੇ ਉਸ ਅਕਾਲ ਪੁਰਖ ਦੇ ਨਾਲ ਜੁੜਿਆ ਰਹਿਣਾ ਚਾਹੀਦਾ, ਰਹਿਣਾ ਪਵੇਗਾ ਜੇ ਉਹ ਚਾਹੁੰਦਾ ਹੈ ਕਿ ਪਵਿੱਤਰ ਜੀਵਨ ਬਤੀਤ ਕਰੇ। ਬੜੇ ਸੋਹਣੀਆਂ ਉਦਾਹਰਨਾਂ ਦਿੱਤੀਆਂ ਹਨ ਗੁਰਬਾਣੀ ਦੇ ਵਿੱਚ ਕਿ ਜਦੋਂ ਆਦਮੀ ਜਿਹੜਾ ਇਨਸਾਨ ਵਿਛੜ ਜਾਂਦਾ ਹੈ ਉਸ ਅਕਾਲ ਪੁਰਖ ਤੋਂ ਉਹਦੀ ਕੀ ਦਸ਼ਾ ਹੋ ਜਾਂਦੀ ਹੈ। ਤਾਂ ਗੁਰੂ ਸਾਹਿਬ ਫਰਮਾਉਂਦੇ ਹਨ, ਬੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਤੋਖੜੇ ਸੜੇ ਹੋਈ, ਕਾਲੀ ਹੋਈ ਦਿਓਰੀ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ, ਜੈਸੇ ਤੇ ਮੇਰਾ ਸੰਗ, ਜਿੱਤ ਡਿੱਠੇ ਤਨ ਫਰੋੜੇ, ਚੜੇ ਚਵਕਣ ਬਨ। ਹੁਣ ਪੁੱਛਦੇ ਕਮਲ ਦਾ ਫੁੱਲ ਹੈ, ਸੁੱਕ ਕਿਉਂ ਗਿਆ, ਤੈਨੂੰ ਹੋਇਆ ਕੀ ਹੈ, ਤੂੰ ਕਾਲੀ ਦਿਓਰੀ ਕਿਉਂ ਹੋ ਗਈ। ਤਾਂ ਉਹ ਕਹਿੰਦਾ ਵੀ ਹੁਣ ਮੈਨੂੰ ਸਮਝ ਆਈ ਹੈ ਕਿ ਮੈਂ ਹਰ ਵਕਤ ਪਾਣੀ ਨਾਲ ਹੀ ਰਹਿ ਸਕਦਾ, ਜੇ ਮੈਂ ਪਾਣੀ ਤੋਂ ਦੂਰ ਹੋ ਜਾਵਾਂ ਤੇ ਮੈਂ ਮਰ ਜਾਣਾ। ਤੋ ਇਸ ਤਰ੍ਹਾਂ ਅਸੀਂ ਵੀ ਜਿਹੜਾ ਪਵਿੱਤਰ ਜੀਵਨ ਜਿਉਂਦੇ ਜਾਗਦੇ ਵਾਲਾ ਜੀਵਨ ਬਤੀਤ ਤਾਂ ਹੀ ਕਰ ਸਕਦੇ ਹਾਂ ਜੇ ਉਸ ਨੂੰ ਹਰ ਵੇਲੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ, ਤਾਂ ਹੀ ਉਹਦੇ ਜਿਹੜੇ ਗੁਣ ਸਾਡੇ ਵਿੱਚ ਆ ਜਾਣਗੇ। ਭਾਈ ਵੀਰ ਸਿੰਘ ਜੀ ਨੇ ਬੜੇ ਕੋਲੇ ਦੀ ਉਦਾਹਰਨ ਦਿੱਤੀ ਹੈ ਆਪਣੀ ਕਵਿਤਾ ਵਿੱਚ। ਕਵਿਤਾ ਤਾਂ ਨਹੀਂ ਮੈਨੂੰ ਇਸ ਵੇਲੇ ਯਾਦ, ਪਰ ਮੈਨੂੰ ਉਹਦਾ ਸਾਰਾ ਅੰਸ਼ ਪਤਾ ਹੈ ਕਿ ਕਾਲੇ ਦੁੱਧ ਨੂੰ ਕੋਲੇ ਨਾਲ, ਜਿਹੜਾ ਕੋਲਾ ਕਾਲਾ ਹੀ ਰਹਿੰਦਾ, ਭਾਵੇਂ ਦੁੱਧ ਨਾਲ ਧੋ ਲਓ, ਭਾਵੇਂ ਜੋ ਮਰਜ਼ੀ ਕਰ ਲਓ, ਪਰ ਜਦੋਂ ਉਹ ਅੱਗ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹ ਲਾਲ ਹੋ ਜਾਂਦਾ, ਕਿਉਂਕਿ ਉਹ ਉਹਦੇ ਤੋਂ ਹੀ ਵਿਛੜਿਆ ਹੋਇਆ ਸੀ, ਜਿਸ ਕਰਕੇ ਉਹ ਕਾਲਾ ਹੋਇਆ ਸੀ। ਜਦੋਂ ਆਪਣੇ ਅਸਲੇ ਦੇ ਨਾਲ ਜਿੱਥੋਂ ਆਇਆ ਹੈ, ਜਿੱਥੋਂ ਕੋਲਾ ਬਣਿਆ ਹੈ ਲੱਕੜ ਤੋਂ, ਅੱਗ ਕਰਕੇ ਬਣਿਆ, ਜਦੋਂ ਮਿਲ ਜਾਂਦਾ ਅਤੇ ਫਿਰ ਜਿਹੜਾ ਉਹਦੇ 'ਚ ਲਾਲੀ ਆ ਜਾਂਦੀ ਹੈ, ਉਹਦੇ 'ਚ ਰੂਪ ਆ ਜਾਂਦਾ। ਇਸੇ ਤਰ੍ਹਾਂ ਹੀ ਮੱਛੀ ਦੀ ਉਦਾਹਰਨ ਦਿੰਦੇ ਆ, ਮੱਛੀ ਵੀ ਨਹੀਂ ਪਾਣੀ ਬਿਨਾਂ ਰਹਿ ਸਕਦੀ। ਕਿ ਜਿਹੜੀ ਸਾਡੀ ਇਸੇ ਤਰ੍ਹਾਂ ਹੀ ਸਾਨੂੰ ਆਪਣਾ ਜੀਵਨ ਜਿਹੜਾ ਹੈ ਇੱਦਾਂ ਬਿਤਾਉਣਾ ਪਏਗਾ ਕਿ ਅਸੀਂ ਹਰ ਵੇਲੇ ਉਸ ਅਕਾਲ ਪੁਰਖ ਨੂੰ ਯਾਦ ਰੱਖੀਏ, ਮਨ ਦੇ ਵਿੱਚ ਔਗੁਣਾਂ ਤੋਂ ਬਚੇ ਰਹੀਏ, ਉਹਦੇ ਜਿਹੜੇ ਗੁਣ ਨੇ ਉਹ ਸਾਨੂੰ ਦੇਈ ਜਾਵੇ ਅਤੇ ਅਸੀਂ ਸੱਚਿਆਰ ਮਨੁੱਖ ਬਣ ਸਕੀਏ। ਹੁਣ ਜਿਹੜੇ ਅਧਿਆਪਕ ਨੇ ਇਹਨਾਂ ਨੂੰ ਇਹ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ। ਬੜੇ ਖੁਸ਼ਕਿਸਮਤ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੱਲਦੇ ਅਦਾਰੇ ਦੇ ਅਧੀਨ ਤੁਸੀਂ ਪੜ੍ਹਾ ਰਹੇ ਹੋ, ਔਰ ਇਹਦੇ ਵਿੱਚ ਖਾਸ ਤੌਰ 'ਤੇ ਸਾਨੂੰ ਬੱਚਿਆਂ ਦਾ ਜਿਹੜਾ ਆਚਰਨ ਹੈ ਉਹਦਾ ਉੱਚਾ ਬਣਾਉਣ ਵਾਸਤੇ ਅਧਿਆਪਕਾਂ ਨੂੰ ਆਪਣੇ ਸਖਤ ਮਿਹਨਤ ਕਰਨ ਦੀ ਲੋੜ ਹੈ। ਅੱਜ ਜੋ ਸੰਸਾਰ ਦੀ ਹਾਲਤ ਹੈ ਉਹ ਇਸੇ ਕਰਕੇ ਵਿਗੜੀ ਹੋਈ ਹੈ ਕਿਉਂਕਿ ਅਸੀਂ ਰੱਬ ਨੂੰ ਇਹ ਸੋਚਦੇ ਹਾਂ ਵੀ ਉੱਤੇ ਅਸਮਾਨ 'ਤੇ ਬੈਠਾ ਨੀਲੀ ਛਤਰੀ ਵਾਲਾ, ਅਤੇ ਜਾਂ ਅਸੀਂ ਗੁਰਦੁਆਰੇ ਮੰਦਿਰ ਜਾਂਦੇ ਹਾਂ ਤਾਂ ਅਸੀਂ ਰੁਮਾਲੇ ਚੜ੍ਹਾਏ ਆਉਂਦੇ ਹਾਂ, ਸੈਂਟ ਛਿੜਕੇ ਆਉਂਦੇ ਹਾਂ, ਜਿਹਦਾ ਕੋਈ ਅਰਥ ਹੀ ਨਹੀਂ ਹੈਗਾ। ਉਹ ਇਹਨਾਂ ਗੱਲਾਂ ਵਿੱਚ ਅਸੀਂ ਸੋਚਦੇ ਹਾਂ ਵੀ ਸ਼ਾਇਦ ਰੱਬ ਨੂੰ ਖੁਸ਼ ਕਰ ਲਿਆ, ਅਖੰਡ ਪਾਠ ਕਰਾ ਲਿਆ, ਜਿਵੇਂ ਅਸੀਂ ਬੜਾ ਅਹਿਸਾਨ ਕੀਤਾ, ਗੁਰਬਾਣੀ ਵੇਚ ਦਿੰਦੇ ਹਾਂ। ਇਸ ਤਰ੍ਹਾਂ ਨਹੀਂ ਗੱਲ ਬਣਨੀ ਹੈ। ਇਹ ਅਧਿਆਪਕਾਂ ਨੂੰ ਦੱਸਣਾ ਪਏਗਾ ਬੱਚਿਆਂ ਨੂੰ, ਪਹਿਲਾਂ ਤਾਂ ਆਪ ਉਹਨਾਂ ਨੂੰ ਇਸ ਰਸਤੇ ਤੁਰਨਾ ਪਏਗਾ, ਫਿਰ ਆਪਣੇ ਵਿਦਿਆਰਥੀਆਂ ਨੂੰ ਇਹ ਦੱਸਣਾ ਪਏਗਾ ਕਿ ਰੱਬ ਜਿਹੜਾ ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ ਕਿ ਅਸੀਂ ਉੱਥੇ ਪ੍ਰਸ਼ਾਦ ਕਰਾਇਆ ਆਈਏ, ਅਸੀਂ ਉੱਥੇ ਰੁਮਾਲਾ ਚੜ੍ਹਾਇਆ ਆਈਏ, ਅਸੀਂ ਉੱਥੇ ਸੈਂਟ ਛਿੜਕੇ ਆਈਏ। ਇਹੋ ਜਿਹੀਆਂ ਗੱਲਾਂ, ਜਾਂ ਸੋਨਾ ਚੜ੍ਹਾਇਆ ਹੁੰਦੇ ਕਈ ਬਹੁਤੇ ਅਮੀਰ ਆਦਮੀ, ਤਾਂ ਇਹਨਾਂ ਗੱਲਾਂ ਨਾਲ ਨਹੀਂ ਰੱਬ ਖੁਸ਼ ਹੁੰਦਾ। ਰੱਬ ਤਾਂ ਕਿਸੇ ਗਰੀਬ ਆਦਮੀ ਦੇ ਮਨ ਦੀ ਭਾਵਨਾ ਵੇਖਦਾ ਹੈ। ਉਹ ਤਾਂ ਇੱਕ ਫੁੱਲ ਦੀ ਪੱਤੀ ਵੀ ਸਵੀਕਾਰ ਕਰ ਲੈਂਦਾ, ਉਹਨੂੰ ਸੋਨੇ ਦੀ ਇੰਨੀ ਲੋੜ ਨਹੀਂ ਹੁੰਦੀ। ਜੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਡੇ ਕੋਲ ਉਦਾਹਰਨਾਂ ਵੀ ਹਨ। ਭਗਤ ਪੂਰਨ ਸਿੰਘ ਜੀ ਤਾਂ ਬਹੁਤ ਪੜ੍ਹਦੇ ਸਨ। ਰਾਬੀਆ ਇੱਕ ਬੀਬੀ ਹੋਈ ਹੈ ਜਿਹੜੀ ਕਿ ਬਹੁਤ ਵਧੀਆ ਸੀ, ਸੂਫੀਆਂ ਦੇ ਨਾਲ ਉਹਨਾਂ ਦਾ ਸੰਬੰਧ ਸੀਗਾ। ਜਦੋਂ ਬਹੁਤ ਸਾਰੇ ਜਿਹੜੇ ਸੂਫੀ ਫਕੀਰ ਸਨ ਉਹ ਚੱਲੇ ਹਜ ਦੀ ਯਾਤਰਾ ਕਰਨ ਵਾਸਤੇ, ਤਾਂ ਜਦੋਂ ਉਹ ਵੀ ਨਾਲ ਜਾ ਰਹੇ ਸੀ, ਪਰ ਕਿਉਂਕਿ ਉਹਦੀ ਆਤਮਾ ਜਿਹੜੀ ਸੀ ਰੱਬ ਨਾਲ ਜੁੜੀ ਹੋਈ ਸੀ, ਉਹਨੂੰ ਹਰ ਵੇਲੇ ਯਾਦ ਆਉਂਦਾ ਸੀ ਰੱਬ। ਉਹਨੇ ਰਸਤੇ 'ਚ ਵੇਖਿਆ ਕਤੂਰੇ ਵਿਲਕ ਰਹੇ ਨੇ ਪਾਣੀ ਨਾਲ, ਕੋਲ ਖੂਹ ਹੈ ਪਰ ਉਹ ਪਾਣੀ ਪੀ ਨਹੀਂ ਸਕਦੇ। ਉਹ ਉੱਥੇ ਹੀ ਰੁਕ ਗਈ। ਉਹਨੇ ਵੱਡੇ ਵੱਡੇ ਬਾਗ ਸੀ, ਉਹਨੇ ਆਪਣੇ ਕੱਟ ਕੇ ਰੱਸੀ ਬਣਾ ਕੇ ਅਤੇ ਪਾਣੀ ਖੂਹ 'ਚੋਂ ਕੱਢਿਆ ਅਤੇ ਕਤੂਰਿਆਂ ਨੂੰ ਪਿਆਇਆ। ਜਦੋਂ ਸਾਰੇ ਜਣੇ ਉੱਥੇ ਮੱਕੇ ਪਹੁੰਚ ਗਏ ਅਤੇ ਉੱਥੇ ਅੱਲਾ ਨਜ਼ਰ ਨਹੀਂ ਆਇਆ, ਅਤੇ ਉਹ ਪੁੱਛਣ ਲੱਗੇ ਵੀ ਅੱਲਾ ਕਿੱਥੇ ਗਿਆ। ਕਹਿੰਦੇ ਅੱਲਾ ਤਾਂ ਰਾਬੀਆ ਕੋਲ ਗਿਆ। ਤਾਂ ਇਹ ਜਿਹੜਾ ਸਾਨੂੰ ਉਦਾਹਰਨਾਂ ਦਿੱਤੀਆਂ ਗਈਆਂ ਨੇ। ਇਸ ਤਰ੍ਹਾਂ ਇੱਕ ਭਗਤ ਜੀ ਨੇ ਹੋਰ ਬਹੁਤ ਸੋਹਣੀ ਗੱਲ ਲਿਖੀ ਹੈ ਕਿ ਰਮਨ ਰਿਸ਼ੀ ਸੀਗੇ, ਉਹ ਰੋਜ਼ ਕਹਿੰਦੇ ਸਨ ਕਿ ਮੈਂ ਲੋਕਾਂ ਨੂੰ ਪ੍ਰਚਾਰ ਕਰਦੇ ਸਨ ਕਿ ਮੈਂ ਰੱਬ ਨੂੰ ਰੋਜ਼ 2-2.5 ਘੰਟੇ ਮਿਲਦਾ।
ਤਾਂ ਕਈ ਪਾਦਰੀ ਨਾਰਾਜ਼ ਹੋ ਗਏ ਕਿ ਇਹ ਝੂਠਾ ਹੈ, ਇਹ ਝੂਠ ਪ੍ਰਚਾਰ ਕਰਦਾ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਸਤੇ, ਇਹਨੂੰ ਕਿੱਥੋਂ ਰੱਬ ਨਜ਼ਰ ਆਉਂਦਾ 2-2.5 ਘੰਟੇ। ਤਾਂ ਉਹ ਕਹਿਣ ਲੱਗੇ ਵੀ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਰੋਜ਼ ਕਿਉਂ ਝੂਠਾ ਪ੍ਰਚਾਰ ਕਰਦੇ ਹੋ, ਤੁਹਾਨੂੰ ਕਿੱਥੋਂ ਰੱਬ ਨਜ਼ਰ ਆਉਂਦਾ, ਸਾਨੂੰ ਤਾਂ ਕਦੇ ਰੱਬ ਨਜ਼ਰ ਨਹੀਂ ਆਇਆ। ਤਾਂ ਉਹ ਕਹਿਣ ਲੱਗੇ, ਉਹਨਾਂ ਨੇ ਕੋਈ ਗੁੱਸਾ ਨਹੀਂ ਕੀਤਾ, ਆਰਾਮ ਨਾਲ ਕਹਿਣ ਲੱਗੇ ਤੁਸੀਂ ਕੱਲ੍ਹ ਆ ਜਾਇਓ, ਮੇਰੇ ਨਾਲ ਚੱਲਿਓ, ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਵਾਂਗਾ। ਤਾਂ ਜਦੋਂ ਆ ਗਏ, ਪਾਦਰੀ ਆ ਗਏ ਅਗਲੇ ਦਿਨ, ਤਾਂ ਉਹ ਉਹਨਾਂ ਨੂੰ ਲੈ ਕੇ ਕਾਫੀ ਦੂਰ 7-8 ਮੀਲ ਤੁਰੇ ਗਏ ਜੰਗਲਾਂ ਦੇ ਵਿੱਚ। ਅਤੇ ਉੱਥੇ ਜਾ ਕੇ ਇੱਕ ਝੌਂਪੜੀ ਸੀ, ਰਮਨ ਰਿਸ਼ੀ ਜੀ ਉੱਥੇ ਚਲੇ ਗਏ। ਉੱਥੇ 2 ਪਤੀ ਪਤਨੀ ਕੋਹੜੀ ਸਨ, ਜਿਹੜੇ ਲੈਪਰਸੀ ਸੀ, ਉਹਨਾਂ ਨੂੰ ਮਕੋੜ ਪਿਆ ਹੋਇਆ ਸੀ, ਉਹਨਾਂ 'ਚੋਂ ਬਦਬੂ ਆ ਰਹੀ ਸੀਗੀ। ਤਾਂ ਉਹ ਜਿਹੜੇ ਪਾਦਰੀ ਸਨ ਉਹ ਤਾਂ ਬਾਹਰ ਖੜ੍ਹੇ ਹੋ ਗਏ, ਰਮਨ ਰਿਸ਼ੀ ਜੀ ਅੰਦਰ ਗਏ, ਉਹਨਾਂ ਨੇ ਅੱਗ ਬਾਲੀ, ਪਾਣੀ ਗਰਮ ਕੀਤਾ, ਦੋਵਾਂ ਨੂੰ ਨਵਾ ਕੇ ਉਹਨਾਂ ਦੇ ਕੱਪੜੇ ਬਦਲੇ, ਫਿਰ ਖਿਚੜੀ ਬਣਾ ਕੇ ਖਵਾਈ, ਅਤੇ ਫਿਰ ਉਹ ਵਿਹਲੇ ਹੋ ਗਏ। ਅਤੇ ਉਹਨਾਂ ਨੇ ਕਿਹਾ ਵੀ ਇਹੀ ਮੇਰੇ ਰੱਬ ਸੀ ਜਿਨ੍ਹਾਂ ਦੇ ਮੈਂ ਰੋਜ਼ ਦਰਸ਼ਨ ਕਰਦਾ। ਅਤੇ ਫਿਰ ਜਿਹੜੇ ਪਾਦਰੀ ਸੀ ਉਹਨਾਂ ਨੇ ਖਿਮਾ ਮੰਗੀ, ਉਹਨਾਂ ਦੇ ਪੈਰੀਂ ਮੱਥਾ ਟੇਕਿਆ। ਤਾਂ ਰੱਬ ਜਿਹੜਾ ਹੈ ਉਹ ਇਸ ਤਰ੍ਹਾਂ ਸੰਸਾਰ ਦੇ ਵਿੱਚ ਵੱਸਦਾ ਹੈ, ਉਹ ਸੰਸਾਰਿਕ ਜੀਵਾਂ ਨੂੰ ਖੁਸ਼ ਕਰਨ ਨਾਲ ਹੀ ਉਹ ਖੁਸ਼ ਹੁੰਦਾ ਹੈ, ਦੂਜਿਆਂ ਦੇ ਦੁੱਖ ਹਰਨ ਨੂੰ ਹੀ ਉਹ ਜਿਹੜਾ ਸੇਵਾ ਮੰਨਦਾ ਹੈ। ਤਾਂ ਇਸ ਕਰਕੇ ਭਗਤ ਪੂਰਨ ਸਿੰਘ ਜੀ ਨੇ ਤਾਂ ਰਸਤਾ ਅਪਣਾ ਲਿਆ। ਪਰ ਆਪਾਂ ਆਪਣੇ ਬੱਚਿਆਂ ਨੂੰ ਦੇਖੋ, ਜਿਹੜੇ ਅਧਿਆਪਕ ਹੁੰਦੇ ਨੇ ਮਾਂ ਬਾਪ ਹੁੰਦੇ ਨੇ ਪਹਿਲਾਂ, ਔਰ ਸਭ ਤੋਂ ਵੱਡਾ ਜਿਹੜਾ ਰੋਲ ਹੈ, ਸਭ ਤੋਂ ਪਹਿਲਾਂ ਅਧਿਆਪਕ ਹੈ ਮਾਂ ਬਾਪ, ਫਿਰ ਉਸ ਤੋਂ ਬਾਅਦ ਟੀਚਰ, ਅਤੇ ਫਿਰ ਉਸ ਤੋਂ ਬਾਅਦ ਭਗਤ ਜੀ ਲਿਖਦੇ ਨੇ ਅਤਿਥੀ। ਤੁਹਾਡੇ ਘਰ ਕੋਈ ਮਹਿਮਾਨ ਆ ਜਾਂਦਾ, ਉਹ ਵੀ ਤੁਹਾਨੂੰ ਚੰਗੀ ਗੱਲ ਸਿਖਾ ਜਾਂਦਾ। ਮੇਰਾ ਆਪਣਾ ਇੱਕ ਤਜਰਬਾ ਹੈਗਾ, ਉਹ ਪਾਕਿਸਤਾਨ ਬਣਿਆ ਅਤੇ ਸਾਡੇ ਘਰ ਬਹੁਤ ਸਾਰੇ ਜਿਹੜੇ ਲੋਕ ਸਨ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ, ਉਹਨਾਂ ਨੂੰ ਮੇਰੇ ਪਿਤਾ ਜੀ ਨੇ ਸ਼ਰਨ ਦਿੱਤੀ। ਔਰ ਇੱਕ ਪਰਿਵਾਰ ਤਾਂ ਬਹੁਤ ਦੇਰ ਰਿਹਾ ਸਾਡੇ ਘਰ ਵਿੱਚ, ਉਹ ਸਾਧੂ ਸਿੰਘ ਜੀ ਸੀ, ਉਹਨਾਂ ਦਾ ਨਾਮ ਸੀ। ਪਾਪਾ ਜੀ ਨੂੰ ਵੱਡੇ ਸੀ, ਇਸ ਕਰਕੇ ਉਹਨੂੰ ਤਾਇਆ ਜੀ ਅਸੀਂ ਕਹਿੰਦੇ ਸੀਗੇ। ਉਂਝ ਰਿਸ਼ਤਾ ਕੋਈ ਨਹੀਂ ਸੀ ਦੁਨਿਆਵੀ ਸਾਡਾ। ਉਹ ਗੁਰਬਾਣੀ ਨਾਲ ਜੁੜੇ ਹੋਏ ਸੀ, ਅਤੇ ਉਹ ਛੋਟੀ ਜਿਹੀ ਸੀ, ਮੈਂ ਉਦੋਂ 7-8 ਸਾਲ ਦੀ ਹੋਵਾਂਗੀ। ਜਪਜੀ ਸਾਹਿਬ ਪੜ੍ਹਨ ਦੇ ਮੈਨੂੰ 54 ਦੇ ਦਿੰਦੇ ਸੀ, ਜਪ ਸਾਹਿਬ ਦਾ ਪਾਠ ਕਰਨ ਦਾ ਮੈਨੂੰ 98 ਦੇ ਦਿੰਦੇ ਸੀਗੇ। ਮੈਨੂੰ ਉਹ ਗੁਰਬਾਣੀ ਦੇ ਨਾਲ ਜੋੜਨਾ ਚਾਹੁੰਦੇ ਸੀਗੇ। ਅਤੇ ਇਸ ਤਰ੍ਹਾਂ ਜਿਹੜੇ ਤੁਹਾਡੇ ਮਹਿਮਾਨ ਹੁੰਦਾ, ਕਈ ਵਾਰੀ ਉਹ ਵੀ ਸੰਗਤ ਦੇ ਨਾਲ ਤੁਸੀਂ ਰੱਬ ਨਾਲ ਜੁੜ ਜਾਂਦੇ ਹੋ, ਅਤੇ ਤੁਹਾਨੂੰ ਜਿਹੜੇ ਨੇ ਇਹ ਜਿਹੜੇ ਸੇਵਾ ਦੀ ਗੱਲਾਂ ਨੇ, ਸੇਵਾ ਦੇ ਕਾਰਜ ਨੇ, ਉਹ ਸੁੱਤੇ ਸਿੱਧੀ ਤੁਹਾਡੇ ਤੋਂ ਹੁੰਦੇ ਆ। ਇਹ ਨਹੀਂ ਵੀ ਤੁਹਾਨੂੰ ਉਚੇਚ ਨਹੀਂ ਕਰਨੀ ਪੈਂਦੀ ਕੋਈ, ਜੇ ਤੁਸੀਂ ਨਾ ਕਰੋ ਤਾਂ ਤੁਸੀਂ ਔਖੇ ਹੁੰਦੇ ਹੋ। ਭਾਈ ਗੁਰਦਾਸ ਜੀ ਨੇ ਲਿਖਿਆ, ਮੁਰਦਾ ਹੈ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਭੋਗ ਹੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਜੇ ਤੁਸੀਂ ਰੱਬ ਦੇ ਮੁਰੀਦ ਬਣਨਾ, ਤੁਹਾਨੂੰ ਮੁਰਦਾ ਬਣਨਾ ਪਏਗਾ। ਔਰ ਮੇਰਾ ਅਕਾਲ ਪੁਰਖ, ਮੇਰਾ ਗੁਰੂ ਨਾਨਕ, ਉਹ ਤਾਂ ਨਿਰਾ ਹੀ ਨਿਮਰਤਾ ਦੀ ਮੂਰਤ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਇਹ ਸੀ ਮੇਰੇ ਗੁਰੂ ਨਾਨਕ ਦੀ ਨਿਮਰਤਾ, ਨੌ ਨਿਤ ਨਾਮ ਗਰੀਬੀ ਪਾਈ। ਤਾਂ ਜੇ ਇਹ ਗੁਣ ਅਸੀਂ ਉਹਨਾਂ ਤੋਂ ਲਵਾਂਗੇ, ਜੇ ਉਹਨਾਂ ਨੂੰ ਅਸੀਂ ਯਾਦ ਕਰਾਂਗੇ, ਜੇ ਜਪਜੀ ਸਾਹਿਬ ਪੜ੍ਹਾਂਗੇ, ਫਿਰ ਸਾਡੇ ਵਿੱਚ ਉਹ ਗੁਣ ਸੁੱਤੇ ਸਿੱਧੀ ਆ ਜਾਣਗੇ। ਫਿਰ ਅਸੀਂ ਸੇਵਾ ਕੀਤੇ ਬਿਨਾਂ ਰਹਿ ਹੀ ਨਹੀਂ ਸਕਦੇ। ਸਾਡੇ ਕੋਲ ਸੁੱਤੇ ਸਿੱਧੀ ਇਹ ਸੇਵਾ ਹੁੰਦੀ ਰਹਿੰਦੀ ਹੈ। ਤੁਹਾਡੇ ਅੰਦਰ ਹੁਕਮ ਆਉਂਦਾ ਹੈ। ਪਿੱਛੇ ਜੇ ਸਾਡੇ ਕੋਲ ਇੱਕ ਸਾਡਾ ਮਰੀਜ਼ ਆਇਆ, ਉਹਨੂੰ ਡਾਕਟਰਾਂ ਨੇ ਕਰੋਨਾ ਕੱਢ ਦਿੱਤਾ, ਹੈ ਸੀ ਮੰਦਬੁੱਧੀ, ਨਾਲ ਉਹਨੂੰ ਐਪੀਲੈਪਸੀ ਸੀ। ਤਾਂ ਅਸੀਂ ਉਹਨਾਂ ਨੂੰ ਕਿਹਾ ਹਸਪਤਾਲ ਵਾਲਿਆਂ ਨੂੰ ਵੀ ਤੁਸੀਂ ਇਹਨੂੰ ਨਹੀਂ ਰੱਖ ਸਕਦੇ, ਕਿਉਂਕਿ ਇਹਨੂੰ ਤਾਂ ਕੱਪੜੇ ਵੀ ਨਹੀਂ ਪਾਉਂਦੀ, ਆਪਣੇ ਆਪ ਸਾਨੂੰ ਪਾਉਣੇ ਪੈਂਦੇ ਆ, ਰੋਟੀ ਵੀ ਖਵਾਉਣੀ ਪੈਂਦੀ ਹੈ। ਤਾਂ ਤੁਸੀਂ ਇਸ ਮਰੀਜ਼ ਨੂੰ ਦੇ ਦਿਓ, ਅਸੀਂ ਇਕਾਂਤਵਾਸ 'ਚ ਆਪੇ ਪਿੰਗਲਵਾੜੇ ਰੱਖ ਲਾਂਗੇ। 2-3 ਦਿਨ ਮੈਂ ਕਿਤੇ ਬਾਹਰ ਗਈ ਸੀ, ਮੈਂ ਉਸ ਮਰੀਜ਼ ਨੂੰ ਅਟੈਂਡ ਨਾ ਕਰ ਸਕੀ। ਜੋ ਡਾਕਟਰਾਂ ਨੇ ਦਵਾਈ ਦਿੱਤੀ ਸੀ ਦਿੰਦੇ ਰਹੇ। ਚੌਥੇ ਦਿਨ ਮੈਨੂੰ ਹੁਕਮ ਹੋਇਆ ਅਕਾਲ ਪੁਰਖ ਦਾ ਕਿ ਤੂੰ ਡਾਕਟਰ ਹੈ, ਅਤੇ ਤੂੰ ਗਈ ਨਹੀਂ ਅਜੇ ਤੱਕ ਮਰੀਜ਼ ਨੂੰ ਦੇਖਣ ਵਾਸਤੇ, ਤੂੰ ਆਪਣੀ ਕੁਤਾਹੀ ਕੀਤੀ ਹੈ ਜ਼ਿੰਮੇਵਾਰੀ ਤੋਂ। ਤਾਂ ਮੈਨੂੰ ਆਪਣੇ ਆਪ ਗਲਿਆਨੀ ਹੋਈ ਆਪਣੇ ਆਪ 'ਤੇ। ਫਿਰ ਮੈਂ ਉਸ ਮਰੀਜ਼ ਨੂੰ ਜਾ ਕੇ ਦੇਖਿਆ, ਔਰ ਗੁਰੂ ਦੀ ਕਿਰਪਾ ਨਾਲ ਉਹਦੀ ਹਾਲਤ ਠੀਕ ਨਹੀਂ ਸੀ ਉਸ ਵੇਲੇ, ਪਰ ਜਦੋਂ ਉਹਦਾ ਇਲਾਜ ਫਿਰ ਮੈਂ ਆਪਣੇ ਹਿਸਾਬ ਨਾਲ ਸ਼ੁਰੂ ਕੀਤਾ, ਉਹ ਠੀਕ ਹੋ ਗਈ। ਔਰ ਉਹਦਾ ਫਿਰ ਦੁਬਾਰਾ ਖੂਨ ਟੈਸਟ ਕਰਾਇਆ, ਕਿੱਥੇ ਉਹਨੂੰ ਮਲੇਰੀਆ ਸੀਗਾ ਅਤੇ ਕਿੱਥੇ ਉਹਦਾ ਇਲਾਜ ਹੀ ਕੋਈ ਨਹੀਂ ਸੀ ਕਰਨਾ ਮਲੇਰੀਆ ਦਾ, ਕਿਉਂਕਿ ਅੱਜ ਇਹ ਵੱਡੀ ਸਮੱਸਿਆ ਹੈ ਕਿ ਹਸਪਤਾਲ ਦੇ ਵਿੱਚ ਕਰੋਨਾ ਤੋਂ ਬਿਨਾਂ ਹੋਰ ਬਿਮਾਰੀ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
ਜੇ ਬੰਦੇ ਨੂੰ ਹੋਰ ਬਿਮਾਰੀ ਹੈ ਤਾਂ ਉਹ ਕਰੋਨਾ ਦਾ ਹੀ ਰੱਟਾ ਪਾਈ ਰੱਖਦੇ ਨੇ, ਔਰ ਇਹ ਨਹੀਂ ਕਹਿੰਦੇ ਵੀ ਉਹ ਬਾਕੀ ਟੈਸਟ ਵੀ ਕਰਾ ਲਈਏ ਔਰ ਉਹਦਾ ਵੀ ਇਲਾਜ ਨਾਲ ਹੀ ਸ਼ੁਰੂ ਕਰ ਦਈਏ, ਜਿਹਦੇ ਕਰਕੇ ਜਿਹੜੀ ਹੈ ਡੈਥ ਰੇਟ ਸਾਡੇ ਜ਼ਿਆਦਾ ਹੋ ਰਿਹਾ। ਜਿਹੜਾ ਸੱਦੜਾ ਆ ਜਾਂਦਾ ਨਾ, ਜਦੋਂ ਅਕਾਲ ਪੁਰਖ ਦਾ ਤੇਰਾ ਸੱਦੜਾ ਸੁਣੀਜੇ ਭਾਈ ਜੇ ਕੋ ਬਹੇ ਅਲਾਏ, ਫਿਰ ਤੁਹਾਨੂੰ ਉਹਦਾ ਹੁਕਮ ਆਉਂਦਾ ਕਿ ਜਾ ਸੇਵਾ ਕਰ। ਤਾਂ ਅਸੀਂ ਇਹ ਸਾਰੀਆਂ ਗੱਲਾਂ ਜਪਜੀ ਸਾਹਿਬ ਦਾ, ਮੇਰੇ ਕੋਲ ਨਾਰਾਇਣ ਸਿੰਘ ਹੋਰਾਂ ਦੀ ਜਪਜੀ ਸਾਹਿਬ ਸਟੀਕ ਹੈ, ਮੈਂ ਕਹਾਂਗੀ ਸਾਰੇ ਅਧਿਆਪਕਾਂ ਨੂੰ ਕਿ ਉਹ ਪੜ੍ਹੋ, ਉਹਦੇ ਨਾਲ ਤੁਹਾਡੇ ਚਾਨਣ ਹੋਏਗਾ। ਤੁਸੀਂ ਇਸ ਸਚਿਆਰ ਮਨੁੱਖ ਦੀ ਪਰਿਭਾਸ਼ਾ ਨੂੰ ਸਮਝੋਗੇ, ਆਪ ਸਚਿਆਰ ਬਣੋਗੇ ਅਤੇ ਵਿਦਿਆਰਥੀਆਂ ਦਾ ਜੀਵਨ ਵੀ ਤੁਸੀਂ ਸਚਿਆਰ ਮਨੁੱਖ 'ਤੇ ਘਾੜਤ ਕਰੋਗੇ ਅਤੇ ਇਸ ਸੰਸਾਰ ਦੇ ਵਿੱਚ, ਇਸ ਸੰਸਾਰ ਨੂੰ ਵਧੀਆ ਬਣਾਉਣ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।